ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ। ਪ੍ਰੇਤ ਆਤਮਾ ਅਤੇ ਭੂਤਾਂ ਬਾਰੇ ਤਾਂ ਹਰ ਇੱਕ ਨੇ ਸੁਣਿਆ ਹੋਵੇਗਾ। ਆਪਣੀ ਸਮਝ ਅਤੇ ਸਿੱਖਿਆ ਦੇ ਮੁਤਾਬਿਕ ਕੁਝ ਲੋਕ ਇਹਨਾਂ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਕੁਝ ਨਹੀਂ ਕਰਦੇ। ਕੁਝ ਲੋਕਾਂ ਦਾ ਵਿਸ਼ਵਾਸ ਹੈ ਕਿ ਪ੍ਰੇਤ ਆਤਮਾਵਾਂ ਹੁੰਦੀਆਂ ਹਨ ਅਤੇ ਰਾਤ ਦੇ ਸਮੇਂ ਇਹ ਕਿਰਿਆਸ਼ੀਲ ਹੁੰਦੀਆਂ ਹਨ। ਹਨੇਰੇ ਅਤੇ ਧੁੰਦ ਆਦਿ ਵਿੱਚ ਇਹ ਰਹਿੰਦੀਆਂ ਹਨ ਅਤੇ ਕਦੇ-ਕਦੇ ਦਿਖਾਈ ਵੀ ਦੇ ਜਾਂਦੀਆਂ ਹਨ। ਕੀ ਇਹ ਭੂਤ ਪ੍ਰੇਤ ਜਾਂ ਪ੍ਰੇਤ ਆਤਮਾਵਾਂ ਸੱਚਮੁੱਚ ਹੁੰਦੀਆਂ ਹਨ ਜਾਂ ਸਿਰਫ ਇਹ ਮਨ ਦਾ ਹੀ ਵਹਿਮ ਹਨ? ਇਸ ਬਾਰੇ ਨਿਰਣਾ ਕਰਨਾ ਥੋੜਾ ਜਿਹਾ ਮੁਸ਼ਕਿਲ ਹੈ। ਤੁਲਸੀਦਾਸ ਜੀ ਸਾਡੇ ਭਾਰਤ ਦੇ ਸਤਿਕਾਰਤ ਰਿਸ਼ੀ ਹਨ। ਉਹਨਾਂ ਦੀ ਇਹ ਮਾਨਤਾ ਹੈ ਕਿ ਹਨੂਮਾਨ ਜੀ ਦਾ ਪਤਾ ਤੁਲਸੀਦਾਸ ਜੀ ਨੂੰ ਇੱਕ ਭੂਤ ਨੇ ਦੱਸਿਆ ਸੀ। ਇਸ ਤੋਂ ਇਲਾਵਾ ਸ਼ਿਵਾ ਗਰੁੜ ਪੁਰਾਣ ਇੱਕ ਅਜਿਹਾ ਗ੍ਰੰਥ ਹੈ ਜਿਸ ਵਿੱਚ ਪ੍ਰੇਤ ਆਤਮਾਵਾਂ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ ਅਤੇ ਇਹਨਾਂ ਦੀਆਂ ਕਈ ਸ਼੍ਰੇਣੀਆਂ ਭੂਤ ਪ੍ਰੇਤ ਰਾਖਸ਼ ਡੈਣ ਡਾਕਨੀ ਸ਼ਾਕਨੀ ਜਾਮ ਆਦਿ ਕਈ ਚੀਜ਼ਾਂ ਦਾ ਜ਼ਿਕਰ ਹੈ। ਸਾਡੇ ਸ਼ਾਸਤਰਾਂ ਵਿੱਚ ਵੀ ਅਜਿਹੀਆਂ 84 ਲੱਖ ਜਾਤੀਆਂ ਦਾ ਉਲੇਖ ਮਿਲਦਾ ਹੈ ਜਿਨ੍ਹਾਂ ਵਿੱਚ ਮਨੁੱਖ ਦੀ ਆਤਮਾ ਸਰੀਰ ਛੱਡਣ ਬਾਅਦ ਪ੍ਰਵੇਸ਼ ਕਰਦੀ ਹੈ। ਇਸ ਤੋਂ ਇਲਾਵਾ ਸ਼੍ਰੀਮਦ ਭਗਵਦ ਪੁਰਾਣ ਵਿੱਚ ਵੀ ਭੂਤਾਂ ਦਾ ਕਾਫੀ ਲੰਮਾ ਵਰਣਨ ਪੇਸ਼ ਕੀਤਾ ਗਿਆ ਹੈ। ਕੁਝ ਲੋਕਾਂ ਦਾ ਵਿਸ਼ਵਾਸ ਹੈ ਕਿ ਭੂਤ ਸਿਰਫ ਰਾਤ ਨੂੰ ਹੀ ਦਿਖਦੇ ਹਨ ਅਤੇ ਸ਼ਾਸਤਰਾਂ ਵਿੱਚ ਇਹੀ ਬਿਆਨ ਹੈ ਕਿ ਰਾਤ ਸਮੇਂ ਪ੍ਰੇਤ ਆਤਮਾਵਾਂ ਦੀ ਸ਼ਕਤੀ ਵੱਧ ਜਾਂਦੀ ਹੈ ਅਤੇ ਹਨੇਰੇ ਵਿੱਚ ਇਹਨਾਂ ਦੀ ਸ਼ਕਤੀ ਵਧਣ ਕਾਰਨ ਉਹ ਮਨੁੱਖਾਂ ਉੱਪਰ ਹਾਵੀ ਹੋ ਜਾਂਦੀਆਂ ਹਨ। ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਇਹਨਾਂ ਪੰਕਤੀਆਂ ਤੋਂ ਵੀ ਇਹੀ ਪਤਾ ਲੱਗਦਾ ਹੈ ਕਿ ਇਹ ਚੀਜ਼ਾਂ ਹੁੰਦੀਆਂ ਹਨ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ। ਗੁਰੂ ਅਮਰਦਾਸ ਜੀ ਜਦੋਂ ਗੋਇੰਦਵਾਲ ਗਏ ਉੱਥੇ ਵੀ ਮਾੜੀਆਂ ਰੂਹਾਂ ਦਾ ਵਾਸਾ ਸੀ। ਗੁਰੂ ਸਾਹਿਬ ਨੇ ਗੋਇੰਦਵਾਲ ਨੂੰ ਵਸਾਉਣ ਲਈ ਇਹ ਵਚਨ ਕੀਤਾ, ਬਖਸ਼ਿਸ਼ ਕੀਤੀ ਕਿ ਜਿਹੜਾ ਇੱਥੇ ਵਸੇਗਾ ਉਸ ਨੂੰ ਇਹ ਚੀਜ਼ਾਂ ਤੰਗ ਨਹੀਂ ਕਰਨਗੀਆਂ। ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦਾ ਆਨੰਦਪੁਰ ਸਾਹਿਬ ਦਾ ਜ਼ਿਕਰ ਪੜਨ ਤੇ ਵੀ ਇਹੀ ਪਤਾ ਲੱਗਦਾ ਹੈ ਕਿ ਇਹ ਚੀਜ਼ਾਂ ਹੁੰਦੀਆਂ ਹਨ। ਆਨੰਦਪੁਰ ਸਾਹਿਬ ਦੀ ਧਰਤੀ ਦਾ ਪਹਿਲਾ ਨਾਮ ਵਾਖੋਵਾਲ ਸੀ ਜੋ ਕਿ ਇੱਕ ਦੈਂਤ ਦਾ ਨਾਮ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਇਸ ਧਰਤੀ ਤੇ ਗਏ, ਆਪਣੇ ਪਾਵਨ ਚਰਨ ਇਸ ਧਰਤੀ ਤੇ ਪਾਏ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਬੜਾ ਹੀ ਆਨੰਦ ਬਣਿਆ ਹੈ, ਇੱਥੇ ਆਨੰਦ ਵੰਡਿਆ ਜਾਵੇਗਾ, ਇੱਥੋਂ ਲੋਕ ਆਨੰਦ ਲੈਣਗੇ, ਇਸ ਲਈ ਇਸ ਧਰਤੀ ਦਾ ਨਾਮ ਆਨੰਦਪੁਰ ਹੋਵੇਗਾ। ਇੱਕ ਦਿਨ ਮਾਖੋਵਾਲ ਦੈਂਤ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਅਤੇ ਕਹਿਣ ਲੱਗਾ, ਮੇਰੇ 700 ਚੇਲੇ ਹਨ, ਅਸੀਂ ਇੱਥੇ ਰਹਿੰਦੇ ਹਾਂ, ਪਰ ਜਦੋਂ ਦਾ ਤੁਸੀਂ ਇਹ ਜਗ੍ਹਾ ਲੈ ਲਈ ਹੈ ਤੁਹਾਡੇ ਸਿੱਖ ਇੱਥੇ ਬਾਣੀ ਪੜ੍ਹਦੇ ਹਨ ਅਤੇ ਅਸੀਂ ਬਾਣੀ ਅੱਗੇ ਟਿਕ ਨਹੀਂ ਸਕਦੇ। ਜਿੱਥੋਂ ਸਾਡੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਵੇ ਸਾਨੂੰ ਅਗਾਂਹ ਭੱਜਣਾ ਪੈਂਦਾ ਹੈ। ਤਾਂ ਗੁਰੂ ਤੇਗ ਬਹਾਦਰ ਜੀ ਦਇਆ ਦੇ ਘਰ ਵਿੱਚ ਆਏ ਅਤੇ ਕਿਹਾ ਕਿ ਹੁਣ ਤੁਸੀਂ ਸਰਹੰਦ ਜਾ ਕੇ ਵਸੋ, 10ਵੇਂ ਜਾਮੇ ਵਿੱਚ ਤੁਹਾਡਾ ਉਧਾਰ ਕਰਾਂਗੇ। ਇਸ ਤੋਂ ਇਲਾਵਾ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਈ ਪ੍ਰਹਲਾਦ ਸਿੰਘ ਨਾਲ ਵਾਪਰੀ ਘਟਨਾ ਲਈਏ ਤਾਂ ਉਸ ਤੋਂ ਵੀ ਇਹ ਸਪਸ਼ਟ ਹੁੰਦਾ ਹੈ ਕਿ ਇਹ ਚੀਜ਼ਾਂ ਹਨ। ਇੱਕ ਦਿਨ ਭਾਈ ਪ੍ਰਹਲਾਦ ਸਿੰਘ ਦੌੜਿਆ ਸਾਹੋ ਸਾਹੀ ਹੋਇਆ, ਸਤਿਗੁਰੂ ਜੀ ਪਾਸ ਆਇਆ ਅਤੇ ਕਹਿਣ ਲੱਗਾ, ਸਤਿਗੁਰੂ ਮੈਂ ਜੰਗਲ ਪਾਣੀ ਗਿਆ ਸਾਂ, ਰਸਤੇ ਵਿੱਚ ਦੇਖਿਆ ਕਿ ਇੱਕ ਸਰੀਰ ਨੂੰ ਭੂਤ ਚੰਬੜਿਆ ਹੋਇਆ ਸੀ। ਸਤਿਗੁਰੂ ਨੇ ਦੀਪ ਦ੍ਰਿਸ਼ਟੀ ਨਾਲ ਵੇਖਿਆ ਅਤੇ ਕਹਿਣ ਲੱਗੇ, ਜਿਸ ਸਰੀਰ ਦਾ ਤੂੰ ਨਾਮ ਲੈ ਰਿਹਾ ਹੈ, ਜਿਸ ਨੂੰ ਭੂਤ ਚੰਬੜਿਆ ਹੋਇਆ ਹੈ, ਉਸਨੇ ਤਾਂ ਕਦੀ ਜਪਜੀ ਸ਼ਬਦ ਦਾ ਪਾਠ ਵੀ ਨਹੀਂ ਕੀਤਾ। ਇਹ ਚੀਜ਼ਾਂ ਬਣੀਆਂ ਹੀ ਉਹਨਾਂ ਲਈ ਹਨ ਜਿਹੜੇ ਬਾਣੀ ਨਾਲ ਨਹੀਂ ਜੁੜਦੇ, ਪਰ ਜੋ ਵੀ ਲੋਕ ਬਾਣੀ ਨਾਲ ਜੁੜੇ ਹਨ ਉਹਨਾਂ ਉੱਪਰ ਇਹ ਚੀਜ਼ਾਂ ਅਸਰ ਨਹੀਂ ਕਰਦੀਆਂ। ਦੂਸਰਾ, ਭੂਤਾਂ ਪ੍ਰੇਤਾਂ ਵਿੱਚ ਵੀ ਐਸੀਆਂ ਜੋਨੀਆਂ ਹੁੰਦੀਆਂ ਹਨ ਜੋ ਕਿ ਆਪਣਾ ਉਧਾਰ ਚਾਹੁੰਦੀਆਂ ਹਨ ਅਤੇ ਜਿੱਥੇ ਕਿਤੇ ਵੀ ਉਹ ਉੱਚੇ ਸੁੱਚੇ ਸੰਤਾਂ ਨੂੰ ਪਾਉਂਦੀਆਂ ਹਨ ਤਾਂ ਆਪ ਉਹਨਾਂ ਦੇ ਅੱਗੇ ਹਾਜ਼ਰ ਹੋ ਇਹੀ ਬੇਨਤੀ ਕਰਦੀਆਂ ਹਨ ਕਿ ਉਹਨਾਂ ਦਾ ਉਧਾਰ ਹੋ ਜਾਵੇ। ਸਾਡੀ ਅੱਜ ਦੀ ਇੱਕ ਐਸੇ ਹੀ ਭੂਤ ਦੀ ਸਾਖੀ ਜੋ ਕਿ ਸੰਤ ਜਵਾਲਾ ਸਿੰਘ ਜੀ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਬੇਨਤੀ ਕਰਨ ਲੱਗਾ ਕਿ ਉਸ ਦਾ ਉਧਾਰ ਕਰ ਦਵੋ। ਇੱਕ ਬੜੀ ਹੀ ਪਿਆਰੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ, ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਜਵਾਲਾ ਸਿੰਘ ਜੀ ਅਕਸਰ ਇੱਕ ਅੰਬ ਦੇ ਰੁੱਖ ਹੇਠਾਂ ਸਾਰੀ ਰਾਤ ਬੈਠ ਕੇ ਭਜਨ ਬੰਦਗੀ ਕਰਦੇ ਰਹਿੰਦੇ ਸਨ। ਇੱਕ ਵਾਰ ਉਹ ਇਸੇ ਤਰ੍ਹਾਂ ਅੰਬ ਦੇ ਰੁੱਖ ਹੇਠਾਂ ਬੈਠੇ ਪਰਮਾਤਮਾ ਜੀ ਦੀ ਗੋਦ ਦਾ ਆਨੰਦ ਮਾਣ ਰਹੇ ਸਨ ਕਿ ਇੱਕ ਭਿਆਨਕ ਜਿੰਨ ਆਇਆ ਅਤੇ ਆਪਣੇ ਭਿਆਨਕ ਕਾਰਿਆਂ ਨਾਲ ਸੰਤਾਂ ਨੂੰ ਡਰਾਉਣ ਲੱਗਾ।
ਕਦੇ ਅੰਬ ਦੀਆਂ ਟਾਹਣੀਆਂ ਤੋੜ ਕੇ ਸੁੱਟੇ, ਕਦੀ ਮੂੰਹ ਵਿੱਚੋਂ ਅੱਗ ਕੱਢ ਕੇ ਦਿਖਾਵੇ ਤਾਂ ਕਿ ਸੰਤ ਡਰ ਜਾਣ। ਪਰ ਸੰਤ ਜਵਾਲਾ ਸਿੰਘ ਜੀ ਨਿਰਭੈ ਹੀ ਆਪਣੀ ਬਾਣੀ ਵਿੱਚ ਲੱਗੇ ਰਹੇ। ਪ੍ਰੇਤ ਨੇ ਕਦੇ ਨਗਨ ਹੋ ਕੇ, ਕਦੇ ਸੋਹਣੇ ਕੱਪੜੇ ਪਾ ਕੇ, ਕਦੇ ਗਲ ਵਿੱਚ ਮਾਲਾ ਪਾ ਕੇ, ਕਦੀ ਪਸ਼ੂਆਂ ਦੇ ਸਿਰ ਵਜਾਉਣ ਤੇ ਕੋਤਕ ਰਚੇ, ਪਰ ਸੰਤ ਨਿਸ਼ਚਿਤ ਹੋ ਕੇ ਪ੍ਰਭੂ ਬੰਦਗੀ ਕਰਦੇ ਰਹੇ। ਉਸ ਵੱਲ ਅੱਖ ਚੁੱਕ ਕੇ ਵੀ ਨਾ ਤੱਕਿਆ। ਜਦੋਂ ਪ੍ਰੇਤ ਦੀ ਕੋਈ ਚਾਲ ਨਾ ਚੱਲੀ ਤਾਂ 15 ਕੁ ਕਦਮਾਂ ਤੇ ਉਹ ਜਾ ਕੇ ਖੜਾ ਹੋਇਆ ਅਤੇ ਮਿੰਤਾ ਕਰਨ ਲੱਗ ਪਿਆ, ਮਹਾਪੁਰਸ਼ੋ ਕਿਰਪਾ ਕਰੋ, ਮੇਰਾ ਉਦਾਰ ਕਰੋ। ਮੈਨੂੰ ਪ੍ਰੇਤ ਜੂਨ ਵਿੱਚ ਸੜਦੇ ਹੋਏ ਨੂੰ ਸਦੀਆਂ ਬੀਤ ਗਈਆਂ ਹਨ। ਆਪਣੀ ਅੰਮ੍ਰਿਤਮਈ ਛੋਹ ਮੈਨੂੰ ਪ੍ਰਦਾਨ ਕਰੋ। ਸੰਤ ਜੀ ਕਹਿਣ ਲੱਗੇ, ਤੈਨੂੰ ਪ੍ਰੇਤ ਜੂਨ ਕਿਉਂ ਮਿਲੀ ਹੈ? ਤਾਂ ਉਹ ਪ੍ਰੇਤ ਕਹਿਣ ਲੱਗਾ, ਮੈਂ ਪਟਲਾਣੇ ਦਾ ਜ਼ਾਲਮ ਮੁਸਲਮਾਨ ਚੌਧਰੀ ਹਾਂ, ਜਿਸ ਨੇ ਹੰਕਾਰ ਵਿੱਚ ਆ ਕੇ ਪਿੰਡ ਦੀ ਗਰੀਬ ਜਨਤਾ ਨੂੰ ਤਸੀਹੇ ਦਿੱਤੇ। ਮੈਂ ਧੀਆਂ ਭੈਣਾਂ ਨੂੰ ਬੇਪਤ ਕੀਤਾ, ਗਰੀਬਾਂ ਦੀਆਂ ਜ਼ਮੀਨਾਂ ਖੋਹੀਆਂ। ਇਹਨਾਂ ਦੀਆਂ ਆਹਾਂ ਅਤੇ ਦੁਰ ਅਸੀਸਾਂ ਨੇ ਮੈਨੂੰ ਪ੍ਰੇਤ ਬਣਾ ਦਿੱਤਾ। ਹੁਣ ਤੁਸੀਂ ਕਿਰਪਾ ਕਰੋ, ਪੁੱਲਨਹਾਰ ਨੂੰ ਬਖਸ਼ ਲਵੋ। ਇਸ ਅੰਬ ਦੇ ਰੁੱਖ ਉੱਪਰ ਮੈਂ ਕਈ ਸਮੇਂ ਤੋਂ ਰਹਿੰਦਾ ਰਿਹਾ ਹਾਂ। ਜਿਹੜਾ ਵੀ ਬੰਦਾ ਇੱਥੇ ਆਇਆ ਮੈਂ ਉਸ ਨੂੰ ਖਾਦਾ ਹੈ, ਪਰ ਅੱਜ ਪਹਿਲੀ ਵਾਰ ਤੁਹਾਡੇ ਮੂੰਹੋਂ ਨਿਕਲੀ ਬਾਣੀ ਨੇ ਮੈਨੂੰ ਸ਼ਾਂਤੀ ਬਖਸ਼ੀ ਹੈ। ਹੁਣ ਤੁਸੀਂ ਮੈਨੂੰ ਬਖਸ਼ ਲਵੋ, ਮੇਰਾ ਪਾਰ ਉਤਾਰਾ ਕਰੋ। ਸੰਤ ਹਮੇਸ਼ਾ ਹੀ ਦਿਆਲੂ ਹੁੰਦੇ ਹਨ। ਜਿਸ ਤਰ੍ਹਾਂ ਪੰਛਾਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਉਚਾਰਨ ਕਰਦੇ ਹਨ, ਸੰਤ ਕਿਰਪਾਲ ਕਿਰਪਾ ਜੈ ਕਰੈ, ਨਾਨਕ ਸੰਤ ਸੰਗ ਨਿੰਦਕ ਵੀ ਤਰੈ। संत का दोखी खाओ को नाहे, नानक संत पावै तो ओए भी कत पाहे। संत की निंदा दोख में दोख, नानक संत पावै ता उसका भी होए मोख। संत के दोखी को अवर न रखन हार, नानक संत पावै ता लय उबार। संत जवाला सिंह जी ने शरण आए दी लाज रखदियां मन विच उस दी प्रेत दी जून कट्टन दा विचार बना लिया। संत जी उठ के चल पए तां प्रेत बोलिया, हजूर किथे चले हो? संत जी ने कहा, अमृत दा वेला हो गया है, इशनान करके पवित्र हो आइए। प्रेत ने कहा, जेकर हुक्म होवे तां हजूर दा इशनान करा दवां। तां संतां ने कहा, ओह किस तरह? प्रेत ने कहा, नेड़े ही हरखोवाल दी हद विच हलट है, उस उपर जाके ताड़ा इशनान करावांगा। संतां ने बस्तर उतारे चले अते नूह हो गए। हैरानी दी गल यह सी कि उस रात प्रेत ने हलट घेड़िया ਅਤੇ ਸੰਤ ਮਹਾਰਾਜ ਜੀ ਨੇ ਇਸ਼ਨਾਨ ਸੋਧਿਆ। ਇਹ ਮਹਾਪੁਰਸ਼ਾਂ ਵੱਲੋਂ ਕੀਤੀ ਬੰਦਗੀ ਦਾ ਹੀ ਕ੍ਰਿਸ਼ਮਾ ਹੈ ਕਿ ਪ੍ਰੇਤ ਵੀ ਉਹਨਾਂ ਦੀ ਗੁਲਾਮੀ ਕਰਦੇ ਹਨ ਅਤੇ ਆਪਣੀ ਜੂਨ ਕਟਵਾਉਣ ਲਈ ਤੜਫਦੇ ਹਨ। ਸੰਤਾਂ ਨੇ ਇਸ਼ਨਾਨ ਕਰਕੇ ਪ੍ਰੇਤ ਨੂੰ ਆਪਣੇ ਸਾਹਮਣੇ ਬਿਠਾ ਲਿਆ। ਪਹਿਲਾਂ ਜਪਜੀ ਸਾਹਿਬ ਦੀ ਬਾਣੀ ਪੜ੍ਹੀ, ਫਿਰ ਸੁਖਮਨੀ ਸਾਹਿਬ ਦੀ। ਜਦੋਂ ਅੰਤਿਮ ਤੁਕਾਂ ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ ਪੜ੍ਹ ਕੇ ਅਰਦਾਸ ਕੀਤੀ ਤਾਂ ਉਸ ਸਮੇਂ ਪ੍ਰੇਤ ਦਾ ਪੌਰ ਉਡਾਰੀ ਮਾਰ ਕੇ ਬਹਿਸ਼ਤ ਵਿੱਚ ਚਲਾ ਗਿਆ। ਸੰਤਾਂ ਦੇ ਮੂੰਹੋਂ ਇਹੀ ਸ਼ਬਦ ਨਿਕਲੇ, ਪ੍ਰੇਤੋ ਕੀ ਤੌਣ ਦੇਵਤਾ ਤਿਨ ਕਰਨੇ ਹਾਰੇ। ਭਾਵ ਇਹ ਤਾਂ ਅਕਾਲ ਪੁਰਖ ਦੇ ਸ਼ੁਕਰਾਨੇ ਦੀ ਹੀ ਕਰਾਮਾਤ ਸੀ। ਇਹਨਾਂ ਸੰਤਾਂ ਦੇ ਕਰਕੇ ਕਈ ਪ੍ਰੇਤ ਜੋਨੀਆਂ ਦਾ ਵੀ ਉਧਾਰ ਹੁੰਦਾ ਹੈ। ਜੋ ਵੀ ਇਨਸਾਨ ਬਾਣੀ ਨਾਲ ਜੁੜਦਾ ਹੈ, ਬਾਣੀ ਦਾ ਓਟ ਆਸਰਾ ਲੈਂਦਾ ਹੈ, ਸੁਖਮਨੀ ਸਾਹਿਬ ਜਾਂ ਜਪਜੀ ਸਾਹਿਬ ਦੀ ਬਾਣੀ ਨਾਲ ਜੁੜਦਾ ਹੈ, ਉਸ ਦਾ ਇਹ ਪ੍ਰੇਤ ਪੋਤ ਕੁਝ ਨਹੀਂ ਵਿਗਾੜ ਸਕਦੇ। ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਸਨ, ਜਿਸ ਘਰ ਵਿੱਚ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ 5 ਬਾਣੀਆਂ ਰਾਹੀਂ ਹੁੰਦੀ ਹੋਵੇ, ਜਿਸ ਘਰ ਵਿੱਚ ਰੋਜ਼ ਨੇਮ ਨਾਲ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਹੋਵੇ, ਉਸ ਘਰ ਵਿੱਚ ਇਹ ਮਾੜੀਆਂ ਚੀਜ਼ਾਂ ਨੂੰ ਸਵਾਦ ਦੇ ਡੱਬੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ। ਇਹ ਨਹੀਂ ਕਿ ਇਹ ਚੀਜ਼ਾਂ ਨਹੀਂ ਹਨ, ਹੈ, ਪਰ ਇਹਨਾਂ ਚੀਜ਼ਾਂ ਤੋਂ ਬਾਣੀ ਬਲਵਾਨ ਹੈ। ਸੂਰਜ ਪ੍ਰਕਾਸ਼ ਵਿੱਚ ਵੀ ਬਚਨ ਹਨ, ਜੰਤਰ ਮੰਤਰ ਪੁਨ ਤੰਤਰ ਮਹਾਨਾ, ਭੂਤ ਪ੍ਰੇਤ ਤੇ ਦੈਂਤ ਬਲਵਾਨਾ। ਇਸ ਲਈ ਜੋ ਵੀ ਬਾਣੀ ਦੇ ਨਾਲ ਜੁੜਿਆ ਹੈ, ਉਸ ਦਾ ਇਹ ਜੋਨੀਆਂ ਕੁਝ ਨਹੀਂ ਵਿਗੜ ਸਕਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।